सुनो सुनामा पाठ पढ़ावा, आओ बच्चों सुनो सुनामा पाठ पढ़ावा। तो सुन के हुंदा पूरा याद से पंजाबी अते हिसाब, ओ लगे अंग्रेजी भी प्यारी, हिंदी समाज च पढ़ लो सारी, चंगियां गल्लां गीत भी गावा, सुनो सुनावा पाठ पढ़ावा, सुनो सुनावा पाठ पढ़ावा। दुआपा रेडियो। मैं अनिल कुमार गौरमेंट मिडल स्कूल गज़ल विच बतौर एसएस मास्टर वजों अपनी भूमिका निभा रहा हाँ। बच्चों, अज आपां दुआबा रेडियो के माध्यम राही 8वीं जमात का एक समाजी सिक्ख्या का लैसन हैगा कुदरती साधन, उस दे बारे अज आपां चर्चा करांगे। बच्चों, साधन की हुंदे ने? साधन ਉਹ ਹੁੰਦੇ ਨੇ ਜਿਹੜੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਸਾਧਨ ਦੋ ਤਰ੍ਹਾਂ ਦੇ ਹੁੰਦੇ ਨੇ। ਮਨੁੱਖੀ ਸਾਧਨ ਜਿਹੜੇ ਕਿ ਮਨੁੱਖ ਬਣਾਉਂਦਾ ਨਾ, ਉਸ ਤੋਂ ਬਾਅਦ ਦੂਸਰਾ ਹੈਗਾ ਕੁਦਰਤੀ ਸਾਧਨ ਜਿਹੜੇ ਕਿ ਕੁਦਰਤ ਵੱਲੋਂ ਸਾਨੂੰ ਇੱਕ ਵਰਦਾਨ ਦੇ ਰੂਪ ਵਿੱਚ ਦਿੱਤੇ ਗਏ ਹਨ, ਜਿਵੇਂ ਕਿ ਭੂਮੀ, ਪਾਣੀ, ਮਿੱਟੀ, ਬਨਸਪਤੀ ਅਤੇ ਖਣਿਜ ਪਦਾਰਥ। ਵਜੋਂ ਕੁਦਰਤੀ ਸਾਧਨ ਨੂੰ ਆਪਾਂ ਅਲੱਗ-ਅਲੱਗ ਭਾਗਾਂ ਵਿੱਚ ਵੰਡਦੇ ਹਾਂ, ਜਿਵੇਂ ਭੂਮੀ ਸਾਧਨ, ਮਿੱਟੀ ਸਾਧਨ, ਪਾਣੀ ਸਾਧਨ, ਕੁਦਰਤੀ ਬਨਸਪਤੀ, ਜੰਗਲੀ ਜੀਵ, ਖਣਿਜ ਅਤੇ ਸ਼ਕਤੀ ਸਾਧਨ। ਪਹਿਲਾ ਹੈਗਾ ਬੱਚੋ, ਉਸ ਦੇ ਬਾਰੇ ਆਪਾਂ ਵਿਸਥਾਰਪੂਰਵਕ ਚਰਚਾ ਕਰਾਂਗੇ। ਭੂਮੀ ਸਾਧਨ। ਬੱਚੋ, ਆਪਾਂ ਸਾਰੇ ਭੂਮੀ ਦੇ ਉੱਤੇ ਹੀ ਰਹਿ ਰਹੇ ਹਾਂ। ਸਭ ਤੋਂ ਜ਼ਿਆਦਾ ਜ਼ਰੂਰਤਾਂ ਆਪਾਂ ਭੂਮੀ ਦੇ ਉੱਤੇ ਹੀ ਰਹਿ ਕੇ ਕਰ ਰਹੇ ਹਾਂ। ਜਿੰਨੀ ਵੀ ਕਿਰਿਆਵਾਂ ਆਪਾਂ ਕਰ ਰਹੇ ਹਾਂ, ਭਾਵੇਂ ਉਹ ਆਰਥਿਕ ਹੈ, ਭਾਵੇਂ ਉਹ ਸੱਭਿਆਚਾਰਿਕ ਕਿਰਿਆਵਾਂ ਹੈਗੇ, ਉਹ ਆਪਾਂ ਭੂਮੀ ਦੇ ਉੱਤੇ ਰਹਿ ਕੇ ਹੀ ਕਰ ਰਹੇ ਹਾਂ। ਸਾਡੀ ਧਰਤੀ ਦਾ ਲਗਭਗ 29% ਭਾਗ ਭੂਮੀ ਹੈਗਾ ਅਤੇ 71% ਭਾਗ ਪਾਣੀ ਹੈਗਾ। ਬੱਚੋ, 29% ਜਿਹੜਾ ਭੂਮੀ ਵਾਲਾ ਭਾਗ ਹੈਗਾ, ਉਸ ਨੂੰ ਧਰਾਤਲ ਪੱਖੋਂ 3 ਭਾਗਾਂ ਵਿੱਚ ਵੰਡਿਆ ਹੈਗਾ। ਪਹਿਲਾ ਹੈਗਾ ਪਹਾੜ। ਤੁਸੀਂ ਦੇਖਿਆ ਹੋਣਾ, ਬੜੇ ਉੱਚੇ ਉੱਚੇ ਹੁੰਦੇ ਨੇ ਅਤੇ ਉੱਪਰੋਂ ਬਿਲਕੁਲ ਤਿਕੋਣ ਵਾਂਗੂ ਹੁੰਦੇ ਨੇ। ਦੂਸਰਾ ਹੈਗਾ ਪਠਾਰ, ਜਿਹੜੇ ਕਿ ਪਹਾੜ ਤੋਂ ਥੋੜ੍ਹੇ ਨੀਵੇਂ ਹੁੰਦੇ ਹਨ, ਪਰ ਉੱਪਰੋਂ ਮੇਜ਼ ਵਾਂਗੂ ਹੁੰਦੇ ਹਨ। ਤੀਸਰਾ ਹੈਗਾ ਮੈਦਾਨ। ਮੈਦਾਨ ਤੁਸੀਂ ਦੇਖਿਆ ਹੋਣਾ, ਬਿਲਕੁਲ ਸਮਤਲ, ਜਿੱਥੇ ਆਪਾਂ ਅਲੱਗ ਤਰ੍ਹਾਂ ਦੀਆਂ ਕਿਰਿਆਵਾਂ ਕਰਦੇ ਹਾਂ। ਬੱਚਿਓ, ਆਪਾਂ ਨੂੰ ਪਤਾ ਹੈਗਾ ਕਿ ਸਾਡਾ ਜਿਹੜਾ ਦੇਸ਼ ਹੈਗਾ ਬਹੁਤ ਵੱਡਾ ਹੈਗਾ। ਇਹਦਾ ਖੇਤਰਫਲ 32,87,782 ਵਰਗ ਕਿਲੋਮੀਟਰ ਹੈਗਾ। ਸਾਡੇ ਭਾਰਤ ਵਿੱਚ 30% ਹਿੱਸਾ ਪਹਾੜਾਂ ਹੇਠ ਹੈਗਾ। ਉਸ ਤੋਂ ਬਾਅਦ 43% ਭਾਗ ਮੈਦਾਨ ਹੈਗਾ ਅਤੇ 27% ਭਾਗ ਸਾਡਾ ਧਰਤੀ ਦੇ ਉੱਤੇ ਪਠਾਰ ਹੈਗੇ। ਬੱਚੋ, ਜਿਹੜੀ ਭੂਮੀ ਹੈ ਉਸ ਨੂੰ ਆਪਾਂ ਅਲੱਗ-ਅਲੱਗ ਤਰੀਕੇ ਨਾਲ ਵਰਤਦੇ ਹਾਂ, ਜਿਵੇਂ ਕਿ ਜੰਗਲਾਂ ਹੇਠ ਭੂਮੀ ਹੋ ਗਈ, ਆਪਾਂ ਉਸ ਤੋਂ ਇਲਾਵਾ ਬਿਜਾਈ ਹੇਠ ਭੂਮੀ ਹੋ ਗਈ, ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ। ਖੇਤੀ ਹੁੰਦੀ ਹੈ ਪਰੰਤੂ ਉਹ ਵਿਅਰਥ ਭੂਮੀ ਹੋ ਗਈ। ਉਸ ਤੋਂ ਇਲਾਵਾ ਜਿੱਥੇ ਪਸ਼ੂ ਚਾਰਦੇ ਨੇ ਅਤੇ ਜਿੱਥੇ ਦਰਖਤ ਉੱਗੇ ਹੋਏ ਨੇ, ਉਹ ਭੂਮੀ ਹੋ ਗਈ। ਗੈਰ ਖੇਤੀ ਵਾਲੀ ਭੂਮੀ ਵੀ। ਇਹ ਸਾਰੀ ਭੂਮੀ ਅਲੱਗ-ਅਲੱਗ ਤਰੀਕੇ ਨਾਲ ਆਪਾਂ ਇਸ ਦੀ ਵਰਤੋਂ ਕਰ ਰਹੇ ਹਾਂ। ਬੱਚੋ, ਸਾਡੇ ਭਾਰਤ ਵਿੱਚ 22.2 ਹਿੱਸਾ ਜੰਗਲਾਂ ਹੇਠ ਹੈਗਾ ਅਤੇ ਜਿਹੜਾ ਕਿ ਸਾਡੇ ਭਾਰਤ ਵਿੱਚ ਬਹੁਤ ਘੱਟ ਹੈਗਾ। ਇਹ ਸਾਡੇ ਭਾਰਤ ਵਿੱਚ 33% ਹੋਣਾ ਚਾਹੀਦਾ ਹੈਗਾ।
ਸੈਕੰਡ ਪੁਆਇੰਟ ਹੈਗਾ ਮਿੱਟੀ ਸਾਧਨ। ਬੱਚੋ ਆਪਾਂ ਨੂੰ ਪਤਾ ਹੀ ਹੈ ਕਿ ਮਿੱਟੀ ਸਾਡੇ ਫਸਲਾਂ ਨੂੰ ਵਧੀਆ ਤਰ੍ਹਾਂ ਉਗਾਉਣ ਵਿੱਚ, ਵਧੀਆ ਪੈਦਾਵਾਰ ਦੇਣ ਵਿੱਚ ਬਹੁਤ ਹੀ ਸਹਾਇਕ ਹੈਗੀ, ਕਿਉਂਕਿ ਮਿੱਟੀ ਦੀ ਉਪਜਾਊ ਸ਼ਕਤੀ ਦੇ ਹੀ ਆਧਾਰ 'ਤੇ ਆਪਾਂ ਫਸਲਾਂ ਦੀ ਵੱਧ ਮਾਤਰਾ ਲੈ ਸਕਦੇ ਹਾਂ। ਸਾਡੇ ਭਾਰਤ ਵਿੱਚ ਮਿੱਟੀ ਜਿਹੜੀ ਹੈਗੀ ਉਹ ਲਗਭਗ 6-7 ਕਿਸਮਾਂ ਵਿੱਚ ਵੰਡੀ ਹੋਏਗੀ। ਸਾਡੇ ਭਾਰਤ ਵਿੱਚ ਲਗਭਗ ਜਨਸੰਖਿਆ ਹੈਗੀ ਉਹ ਕੀ ਹੈਗੀ, ਖੇਤੀ 'ਤੇ ਹੀ ਨਿਰਭਰ ਨੇ। 65 ਤੋਂ 70% ਲੋਕ ਲਗਭਗ ਖੇਤੀ ਹੀ ਕਰਦੇ ਨੇ। ਸਾਡੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਮਿਲਣ ਵਾਲੀ ਮਿੱਟੀ ਹੈਗੀ ਜਲੋੜ ਮਿੱਟੀ, ਜੋ ਕਿ ਗੰਗਾ, ਬ੍ਰਹਮਪੁੱਤਰ ਅਤੇ ਸਿੰਧ ਦੀਆਂ ਸਹਾਇਕ ਨਦੀਆਂ ਤੋਂ ਲਿਆਈ ਗਈ ਮਿੱਟੀ ਇਸ ਨੂੰ ਇੱਕ ਉਪਜਾਊ ਮੈਦਾਨ ਬਣਾਉਂਦੀ ਹੈ। ਅਤੇ ਇਹ ਜਿਹੜੀ ਮਿੱਟੀ ਹੈਗੀ, ਇਸ ਮਿੱਟੀ ਨੂੰ ਆਪਾਂ ਜਲੋੜ ਮਿੱਟੀ ਕਹਿੰਦੇ ਹਾਂ। ਜਲੋੜ ਮਿੱਟੀ ਦੋ ਤਰ੍ਹਾਂ ਦੀ ਹੁੰਦੀ ਹੈ, ਖਾਡਰ ਮਿੱਟੀ ਜਿਸ ਨੂੰ ਆਪਾਂ ਨਵੀਂ ਜੰਮੀ ਮਿੱਟੀ ਕਹਿੰਦੇ ਹਾਂ, ਅਤੇ ਸੈਕਿੰਡ ਹੈਗੀ ਬਾਂਗਰ ਮਿੱਟੀ ਜਿਸ ਨੂੰ ਪੁਰਾਣੀ ਜੰਮੀ ਹੋਈ ਮਿੱਟੀ ਕਹਿੰਦੇ ਹਾਂ। ਉਸ ਤੋਂ ਬਾਅਦ ਹੈਗੀ ਕਾਲੀ ਮਿੱਟੀ। ਕਾਲੀ ਮਿੱਟੀ ਨੂੰ ਰੈਗੂਨ ਮਿੱਟੀ ਜਾਂ ਕਪਾਹੀ ਮਿੱਟੀ ਕਿਹਾ ਜਾਂਦਾ ਹੈ, ਕਿਉਂਕਿ ਇਹ ਮਿੱਟੀ ਜਿਹੜੀ ਕਪਾਹ ਦੀ ਖੇਤੀ ਵਾਸਤੇ ਬਹੁਤ ਹੀ ਮਹੱਤਵਪੂਰਨ ਹੈਗੀ। ਇਹ ਮਿੱਟੀ ਸਾਡੇ ਭਾਰਤ ਵਿੱਚ 16.6 ਹਿੱਸੇ ਵਿੱਚ ਮਿਲਦੀ ਹੈਗੀ, ਜਿਵੇਂ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ। ਕਾਲੀ ਮਿੱਟੀ ਵਿੱਚ ਕਪਾਹ ਤੋਂ ਇਲਾਵਾ ਕਣਕ, ਜਵਾਰ, ਅਲਸੀ, ਸੂਰਜਮੁਖੀ ਆਦਿ ਫਸਲਾਂ ਉਗਾਈਆਂ ਜਾ ਸਕਦੀਆਂ ਹਨ। ਉਸ ਤੋਂ ਬਾਅਦ ਹੈਗੀ ਲਾਲ ਮਿੱਟੀ। ਲਾਲ ਮਿੱਟੀ ਸਾਡੇ ਭਾਰਤ ਵਿੱਚ 10.6 ਹਿੱਸੇ ਵਿੱਚ ਮਿਲਦੀ ਹੈਗੀ, ਕਿਉਂਕਿ ਇਹ ਮਿੱਟੀ ਇੰਨੀ ਜ਼ਿਆਦਾ ਉਪਜਾਊ ਨਹੀਂ ਹੈਗੀ। ਇਹ ਜਿਹੜੀ ਮਿੱਟੀ ਹੈਗੀ ਇਹ ਮੂਲ ਚਟਾਨਾਂ 'ਤੇ ਨਿਰਭਰ ਹੈਗੀ। ਮੂਲ ਚਟਾਨਾਂ ਲਾਲ ਰੰਗ ਦੇ ਹੋਣ ਕਾਰਨ ਇਸ ਮਿੱਟੀ ਦਾ ਰੰਗ ਲਾਲ ਹੈਗਾ, ਅਤੇ ਇਸ ਮਿੱਟੀ ਨੂੰ ਲਾਲ ਮਿੱਟੀ ਕਿਹਾ ਜਾਂਦਾ ਹੈਗਾ। ਇਸ ਮਿੱਟੀ ਵਿੱਚ ਚੂਨਾ, ਮੈਗਨੀਸ਼ੀਅਮ, ਫਾਸਫੇਰਸ, ਨਾਈਟ੍ਰੋਜਨ ਤੱਤਾਂ ਦੀ ਘਾਟ ਹੁੰਦੀ ਹੈਗੀ। ਇਹ ਮਿੱਟੀ ਸਾਡੇ ਭਾਰਤ ਵਿੱਚ ਤਾਮਿਲਨਾਡੂ, ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਵਿੱਚ ਪਾਈ ਜਾਂਦੀ ਹੈਗੀ। ਇਸ ਮਿੱਟੀ ਵਿੱਚ ਅਸੀਂ ਕਣਕ, ਕਪਾਹ, ਦਾਲਾਂ, ਆਲੂ ਅਤੇ ਫਲ ਆਦਿ ਪੈਦਾ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈਗੀ ਲੈਟਰਾਈਟ ਮਿੱਟੀ। ਇਸ ਮਿੱਟੀ ਵਿੱਚ 90 ਤੋਂ 100% ਜਿਹੜੇ ਤੱਤ ਹੁੰਦੇ ਨੇ ਉਹਨਾਂ ਵਿੱਚ ਨੇ ਮੇਨ ਨੇ ਲੋਹ, ਐਲੂਮੀਨੀਅਮ, ਟਾਈਟੇਨੀਅਮ ਅਤੇ ਮੈਗਨੀਜ਼। ਇਹ ਮਿੱਟੀ ਇੰਨੀ ਜ਼ਿਆਦਾ ਉਪਜਾਊ ਨਹੀਂ ਹੈਗੀ, ਅਤੇ ਇਹਦੇ ਵਿੱਚ ਆਪਾਂ ਖਾਦਾਂ ਪਾ ਕੇ ਇਸ ਨੂੰ ਉਪਜਾਊ ਬਣਾ ਸਕਦੇ ਹਾਂ। ਇਹ ਮਿੱਟੀ ਪੱਛਮੀ ਘਾਟ, ਮਹਾਰਾਸ਼ਟਰ, ਉੜੀਸਾ, ਕੇਰਲ, ਅਸਾਮ ਵਿੱਚ ਪਾਈ ਜਾਂਦੀ ਹੈਗੀ। ਇਸ ਤੋਂ ਇਲਾਵਾ ਹੈਗਾ ਜੰਗਲੀ ਅਤੇ ਪਰਬਤੀ ਮਿੱਟੀ। ਉਹ ਮਿੱਟੀ ਜਿਹੜੀ ਜੰਗਲਾਂ ਵਿੱਚ ਮਿਲਦੀ ਹੈਗੀ, ਜਿਹੜੀ ਕਿ ਜਿਸ ਵਿੱਚ ਜੈਵਿਕ ਮਾਦਾ ਬਹੁਤ ਜ਼ਿਆਦਾ ਮਾਤਰਾ ਵਿੱਚ ਹੈਗੀ। ਇਸ ਤੋਂ ਇਲਾਵਾ ਪਰਬਤ ਦੇ ਢਲਾਣਾਂ ਉੱਤੇ ਮਿਲਣ ਵਾਲੀ ਜਿਹੜੀ ਮਿੱਟੀ ਹੈਗੀ ਉਸ ਨੂੰ ਆਪਾਂ ਜੰਗਲੀ ਅਤੇ ਪਰਬਤੀ ਮਿੱਟੀ ਕਹਿੰਦੇ ਹਾਂ। ਮਾਰੂਥਲ ਮਿੱਟੀ। ਮਾਰੂਥਲ ਮਿੱਟੀ ਯਾਨੀ ਕਿ ਜਿੱਥੇ ਬਹੁਤ ਜ਼ਿਆਦਾ ਰੇਤ ਹੋਵੇ ਅਤੇ ਪਾਣੀ ਦੀ ਘਾਟ ਹੋਵੇ, ਉਸ ਏਰੀਏ ਵਿੱਚ ਜਿਹੜੀ ਮਿੱਟੀ ਮਿਲਦੀ ਹੈਗੀ ਉਹ ਮਿੱਟੀ ਹੈਗੀ ਮਾਰੂਥਲੀ ਜਾਂ ਰੇਗਿਸਤਾਨੀ ਮਿੱਟੀ। ਇਹ ਮਿੱਟੀ ਸਾਡੇ ਭਾਰਤ ਵਿੱਚ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪਾਈ ਜਾਂਦੀ ਹੈ। ਇਸ ਮਿੱਟੀ ਵਿੱਚ ਜਿਹੜੇ ਲਗਭਗ ਕੰਡੇਦਾਰ ਝਾੜੀਆਂ ਉਗਦੀਆਂ ਹਨ। ਇਸ ਵਿੱਚ ਆਪਾਂ ਜੋ ਬਾਜਰਾ, ਮੱਕੀ ਅਤੇ ਦਾਲਾਂ ਦੀਆਂ ਖੇਤੀ ਕਰ ਸਕਦੇ ਹਾਂ। ਪਰ ਅੱਜ ਦੇ ਟਾਈਮ ਵਿੱਚ ਰਾਜਸਥਾਨ ਵਿੱਚ ਪੰਜਾਬ ਵਿੱਚੋਂ ਨਿਕਲਣ ਵਾਲੀਆਂ ਨਹਿਰਾਂ ਤੋਂ ਸਿੰਚਾਈ ਕੀਤੀ ਜਾਂਦੀ ਹੈ, ਅਤੇ ਇੱਥੇ ਵੱਧ ਮਾਤਰਾ ਵਿੱਚ ਫਸਲ ਉਗਾਈ ਜਾ ਸਕਦੀ ਹੈਗੀ। ਬੱਚਿਓ, ਮਿੱਟੀ ਨੂੰ ਕੁਝ ਸਮੱਸਿਆ ਵੀ ਪੈਦਾ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਆਪਾਂ ਚਰਚਾ ਕਰਾਂਗੇ। ਮਿੱਟੀ ਦਾ ਖੁਰ ਜਾਣਾ। ਮਿੱਟੀ ਵਿੱਚੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਖੁਰ ਜਾਂਦੀ ਹੈਗੀ। ਕਾਰਨ ਕੀ ਹੈਗਾ? ਵਰਖਾ ਆਉਣਾ,
ਵਰਖਾ ਦੇ ਕਾਰਨ ਮਿੱਟੀ ਦੇ ਜਿਹੜਾ ਉੱਪਰਲੀ ਪਰਤ ਹੈ ਉਹ ਖੁਰ ਜਾਂਦੀ ਹੈਗੀ। ਇਸ ਤੋਂ ਇਲਾਵਾ ਉਪਜਾਊ ਸ਼ਕਤੀ, ਆਪਾਂ ਵਾਰ-ਵਾਰ ਉਸ ਫਸਲ ਨੂੰ, ਉਸ ਮਿੱਟੀ ਨੂੰ ਆਪਾਂ ਵਾਵਾਂਗੇ, ਉੱਥੇ ਉਸ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈਗੀ। ਮਿੱਟੀ ਦਾ ਰੇਤਲਾਪਨ, ਯਾਨੀ ਜਿੱਥੇ ਵਰਖਾ ਘੱਟ ਹੋਵੇਗੀ ਉਹ ਭਾਗ ਰੇਤੀਲਾ ਹੋਵੇਗਾ। ਸੇਮ ਦੀ ਸਮੱਸਿਆ, ਪਾਣੀ ਧਰਤੀ ਦਾ ਜਦੋਂ ਉੱਤੇ ਆ ਜਾਂਦਾ ਹੈਗਾ ਤਾਂ ਉਸ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ਅਤੇ ਇਸ ਨੂੰ ਆਪਾਂ ਸੇਮ ਦੀ ਸਮੱਸਿਆ ਕਹਿੰਦੇ ਆ। ਤੇਜ਼ਾਬੀ ਜਾਂ ਖਾਰਾਪਣ, ਧਰਤੀ ਦੇ ਉੱਤੇ ਜ਼ਿਆਦਾ ਟਾਈਮ ਤੱਕ ਪਾਣੀ ਖੜਾ ਰਹਿਣਾ ਉੱਤੇ ਤੇਜ਼ਾਬੀ ਜਾਂ ਖਾਰਾਪਣ ਆ ਜਾਂਦਾ ਹੈਗਾ ਅਤੇ ਉਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾ ਦਿੰਦਾ ਹੈਗਾ। ਇਸ ਤੋਂ ਇਲਾਵਾ ਮਿੱਟੀ ਦੇ ਉੱਤੇ ਕਾਫੀ ਟਾਈਮ ਤੱਕ ਪਾਣੀ ਖੜਾ ਰਹਿਣਾ ਜਾਂ ਦਲਦਲਾ ਭਾਗ, ਉੱਥੇ ਵੀ ਉਹ ਮਿੱਟੀ ਦੀ ਸਮੱਸਿਆ ਸਾਨੂੰ ਪੈਦਾ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਓ, ਤੀਜਾ ਪੁਆਇੰਟ ਪਾਣੀ ਸਾਧਨ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਸਾਡਾ ਭਾਰਤ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਸੰਸਾਰ ਵਿੱਚ ਲਗਭਗ 71% ਭਾਗ ਪਾਣੀ ਹੈਗਾ। ਜਦੋਂ ਵੀ ਆਪਾਂ ਕੋਈ ਵੀ ਕਿਰਿਆ ਕਰਨੀ ਹੈ ਤਾਂ ਆਪਾਂ ਪਾਣੀ ਹੀ ਆਪਾਂ ਸਭ ਤੋਂ ਜ਼ਿਆਦਾ ਵਰਤਦੇ ਹਾਂ। ਸ਼ੁਰੂ ਆਪਾਂ ਪਾਣੀ ਤੋਂ ਹੀ ਕਰਦੇ ਹਾਂ, ਖਾਣਾ ਪਕਾਉਣ ਵਿੱਚ, ਕੱਪੜੇ ਧੋਣ ਵਿੱਚ, ਨਹਾਉਣ ਵਿੱਚ। ਇਸ ਤੋਂ ਇਲਾਵਾ ਖੇਤੀਬਾੜੀ ਵਿੱਚ, ਉਦਯੋਗਾਂ ਵਿੱਚ ਆਪਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ। ਸਾਡੇ ਧਰਤੀ ਦੇ ਉੱਤੇ 71% ਭਾਗ ਪਾਣੀ ਨਾਲ ਢਕਿਆ ਹੋਇਆ ਹੈ। ਇਸ ਕਰਕੇ ਸਾਡੀ ਧਰਤੀ ਨੂੰ ਪਾਣੀ ਗ੍ਰਹਿ ਵੀ ਕਿਹਾ ਜਾਂਦਾ ਹੈਗਾ। ਸਾਡੀ ਧਰਤੀ ਦੇ ਉੱਤੇ ਅਲੱਗ-ਅਲੱਗ ਭਾਗਾਂ ਵਿੱਚ, ਅਲੱਗ-ਅਲੱਗ ਰੂਪਾਂ ਵਿੱਚ ਸਾਨੂੰ ਪਾਣੀ ਮਿਲਦਾ ਹੈਗਾ, ਜਿਵੇਂ ਕਿ ਸਮੁੰਦਰਾਂ ਤੋਂ, ਸਾਗਰਾਂ ਤੋਂ ਨਮਕੀਨ ਪਾਣੀ ਮਿਲਦਾ ਹੈਗਾ, ਬਰਫੀਲੀ ਚੋਟੀਆਂ ਤੋਂ ਹੋ ਗਿਆ, ਝੀਲਾਂ ਦਰਿਆਵਾਂ ਤੋਂ ਹੋ ਗਿਆ, ਵਾਯੂਮੰਡਲ ਅਤੇ ਜੀਵ ਮੰਡਲ ਵਿੱਚ ਪਾਣੀ ਹੋ ਗਿਆ, ਧਰਤੀ ਹੇਠਲਾ ਜਾਂ ਜ਼ਮੀਨੀ ਪਾਣੀ ਹੋ ਗਿਆ। ਬੱਚੋ, ਸਾਨੂੰ ਕਿਹੜੇ ਸੋਮਾਂ ਤੋਂ ਪਾਣੀ ਪ੍ਰਾਪਤ ਹੁੰਦਾ ਹੈਗਾ? ਸਭ ਤੋਂ ਸ਼ੁੱਧ ਜਿਹੜਾ ਪਾਣੀ ਹੈਗਾ ਉਹ ਆਪਾਂ ਨੂੰ ਵਰਖਾ ਤੋਂ, ਉਸ ਤੋਂ ਬਾਅਦ ਦਰਿਆਵਾਂ ਅਤੇ ਨਦੀਆਂ ਤੋਂ, ਨਹਿਰਾਂ ਤੋਂ, ਤਲਾਬਾਂ ਤੋਂ ਅਤੇ ਧਰਤੀ ਹੇਠਲਾ ਪਾਣੀ। ਬੱਚੋ, ਆਪਾਂ ਨੂੰ ਸਾਰਾ ਪਤਾ ਹੈ ਕਿ ਪਾਣੀ ਬਹੁਤ ਜ਼ਰੂਰੀ ਹੈਗਾ ਅਤੇ ਇਸ ਕਰਕੇ ਪਾਣੀ ਦੀ ਆਪਾਂ ਸਾਂਭ ਸੰਭਾਲ ਵਧੀਆ ਤਰ੍ਹਾਂ ਨਾਲ ਕਰਾਂਗੇ ਤਾਂ ਹੀ ਆਉਣ ਵਾਲਾ ਜਿਹੜੀ ਪੀੜ੍ਹੀ ਹੈਗੀ ਉਹ ਸ਼ੁੱਧ ਪਾਣੀ ਦੀ ਵਰਤੋਂ ਕਰ ਸਕੇਗੀ। ਇਸ ਤੋਂ ਇਲਾਵਾ ਬੱਚਿਓ ਅਗਲਾ ਪੁਆਇੰਟ ਹੈਗਾ ਕੁਦਰਤੀ ਬਨਸਪਤੀ। ਕੁਦਰਤੀ ਬਨਸਪਤੀ ਉਹ ਹੁੰਦੀ ਹੈ ਜਿਹੜੀ ਕੁਦਰਤ ਵੱਲੋਂ ਆਪਣੇ ਆਪ ਉੱਗ ਜਾਂਦੀ ਹੈਗੀ, ਜਿਵੇਂ ਕਿ ਆਪਣੇ ਆਪ ਝਾੜੀਆਂ ਹੋ ਗਈਆਂ। ਇਹ ਸਾਰੀ ਕੀ ਹੈਗੀ? ਇਹ ਸਾਰੀ ਜਲਵਾਯੂ, ਮਿੱਟੀ ਦੀ ਕਿਸਮਾਂ ਅਤੇ ਕਿਸੇ ਸਥਾਨ ਦੇ ਆਧਾਰ 'ਤੇ ਉੱਗ ਜਾਂਦੀ ਹੈਗੀ। ਇਹ ਜਿਹੜੀ ਕੁਦਰਤੀ ਬਨਸਪਤੀ ਹੈਗੀ, ਇਸ ਨੂੰ ਆਪਾਂ ਸਾਡੇ ਦੇਸ਼ ਵਿੱਚ ਇੱਕ ਆਰਥਿਕ ਰੂਪ ਵਿੱਚ ਆਪਾਂ ਸਾਡੇ ਦੇਸ਼ ਨੂੰ ਉੱਚਾ ਚੁੱਕ ਸਕਦੇ ਹਾਂ, ਕਿਉਂਕਿ ਇਹਨਾਂ ਕੁਦਰਤੀ ਬਨਸਪਤੀਆਂ ਤੋਂ ਸਾਨੂੰ ਫਲ, ਦਵਾਈਆਂ ਅਤੇ ਹੋਰ ਵਸਤੂਆਂ ਸਾਨੂੰ ਮਿਲਦੀਆਂ ਹਨ। ਇਸ ਕਰਕੇ ਸਾਨੂੰ ਕੁਦਰਤੀ ਬਨਸਪਤੀ ਦੀ ਵਰਤੋਂ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ। ਕੁਦਰਤੀ ਬਨਸਪਤੀ ਅਲੱਗ-ਅਲੱਗ ਭਾਗਾਂ ਵਿੱਚ ਵੰਡੀ ਜਾਂਦੀ ਹੈਗੀ, ਜਿਵੇਂ ਕਿ ਸਦਾਬਹਾਰ ਜੰਗਲ, ਉਸ ਤੋਂ ਬਾਅਦ ਹੈਗਾ ਪਰਬਤੀ ਜੰਗਲ, ਫਿਰ ਹੈਗਾ ਮਾਰੂਥਲੀ ਜਾਂ ਖੁਸ਼ਕ ਜੰਗਲ, ਪਰਬਤੀ ਜੰਗਲ, ਡੈਲਟਾਈ ਜੰਗਲ। ਇਹ ਜਿਹੜੇ ਸਾਡੇ ਨੇ ਅਲੱਗ-ਅਲੱਗ ਏਰੀਏ ਵਿੱਚ ਅਲੱਗ-ਅਲੱਗ ਮੌਸਮ ਰਾਹੀਂ ਬਦਲਦੇ ਰਹਿੰਦੇ ਹਨ। ਉਸ ਤੋਂ ਬਾਅਦ ਹੈਗਾ ਬੱਚਿਓ ਜੰਗਲੀ ਜੀਵ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਸਾਡੇ ਭਾਰਤ ਵਿੱਚ ਜੰਗਲੀ ਜੀਵ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ। ਉਹਨਾਂ ਦੀ ਸੰਭਾਲ ਵਾਸਤੇ ਸਾਡੀ ਸਰਕਾਰ ਨੇ ਵੱਖ-ਵੱਖ ਉਪਰਾਲੇ ਕੀਤੇ ਹੋਏ ਹਨ। ਆਪਾਂ ਗੱਲ ਕਰਾਂਗੇ ਜੰਗਲੀ ਜੀਵ ਦੇ ਆਵਾਸ ਬਾਰੇ। ਬੱਚੋ, ਜੰਗਲੀ ਜੀਵ ਦਾ ਆਵਾਸ ਕਿਹੜਾ ਹੈਗਾ? ਜੰਗਲ। ਕਿਉਂਕਿ ਜਿਹੜੇ ਜੀਵ ਜੰਗਲਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਆਪਾਂ ਜੰਗਲੀ ਜੀਵ ਕਹਾਂਗੇ। ਜੰਗਲੀ ਜੀਵ ਜਿਵੇਂ ਕਿ ਹਾਥੀ ਹੋ ਗਿਆ, ਚੀਤਾ ਹੋ ਗਿਆ, ਸ਼ੇਰ ਹੋ ਗਿਆ, ਬਾਘ, ਗੈਂਡਾ, ਭਾਲੂ, ਯਾਕ, ਹਿਰਨ, ਨੀਲਗਾ, ਗਿੱਦੜ ਆਦਿ। ਸਾਡੇ ਭਾਰਤ ਵਿੱਚ
ਲਗਭਗ 80,000 ਤੋਂ ਵੀ ਵੱਧ ਕਿਸਮਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਸਾਡੇ ਭਾਰਤ ਵਿੱਚ ਵੱਖ-ਵੱਖ ਕਿਸਮਾਂ ਦੇ ਸੱਪ ਵੀ ਮਿਲਦੇ ਹਨ ਅਤੇ ਪੰਛੀ ਵੀ ਮਿਲਦੇ ਹਨ। ਕਈ ਪੰਛੀ ਜਿਹੜੇ ਕਿ ਠੰਡੇ ਮੌਸਮ ਦਾ ਹੀ ਇੱਧਰ ਤੋਂ ਇੱਧਰ ਦੇਸ਼ਾਂ ਇੱਕ ਦੂਜੇ ਦੇਸ਼ਾਂ ਵਿੱਚ ਘੁੰਮਦੇ ਰਹਿੰਦੇ ਨੇ, ਉਹਨਾਂ ਨੂੰ ਅਸੀਂ ਪ੍ਰਵਾਸੀ ਪੰਛੀ ਕਹਿੰਦੇ ਹਾਂ। ਬੱਚਿਓ, ਆਪਾਂ ਨੂੰ ਪਤਾ ਹੀ ਹੈ ਕਿ ਮਨੁੱਖ ਸ਼ੁਰੂ ਤੋਂ ਹੀ ਜੰਗਲੀ ਜਾਨਵਰਾਂ ਅਤੇ ਪਸ਼ੂਆਂ ਦਾ ਸ਼ਿਕਾਰ ਕਰਦਾ ਆ ਰਿਹਾ ਹੈਗਾ ਅਤੇ ਉਹ ਆਪਣਾ ਭੋਜਨ ਸਿਰਫ ਜੰਗਲੀ ਜੀਵਾਂ ਦੇ ਹੀ ਆਧਾਰ 'ਤੇ ਹੀ ਆਪਣਾ ਭੋਜਨ ਬਣਾਉਂਦਾ ਹੈਗਾ ਅਤੇ ਉਹ ਪੁਰਾਣੇ ਸਮੇਂ ਤੋਂ ਹੀ ਇਸ ਦੀ ਵਰਤੋਂ ਕਰਦੇ ਆ ਰਿਹਾ ਹੈਗਾ, ਜਿਨ੍ਹਾਂ ਕਰਕੇ ਅੱਜ ਸਾਡੇ ਭਾਰਤ ਵਿੱਚ ਬਹੁਤ ਸਾਰੀਆਂ ਜੰਗਲੀ ਜੀਵ ਦੀਆਂ ਪ੍ਰਜਾਤੀਆਂ ਖਤਮ ਹੋ ਰਹੀਆਂ ਨੇ। ਇਸ ਕਰਕੇ ਸਰਕਾਰ ਨੇ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਪਾਸ ਕੀਤੇ ਨੇ, ਜਿਵੇਂ ਕਿ 1952 ਵਿੱਚ ਭਾਰਤੀ ਬੋਰਡ ਜੋ ਕਿ ਜੰਗਲੀ ਜੀਵਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਕਾਨੂੰਨ ਬਣਾਇਆ ਸੀਗਾ। ਉਸ ਤੋਂ ਬਾਅਦ 1972 ਵਿੱਚ ਫਿਰ 2002 ਵਿੱਚ ਜੀਵਾਂ ਦੀ ਸੁਰੱਖਿਆ ਲਈ ਇੱਕ ਕਾਨੂੰਨ ਬਣਾਇਆ ਸੀਗਾ। ਸਾਡੇ ਭਾਰਤ ਵਿੱਚ ਅੱਜ ਬਹੁਤ ਸਾਰੇ ਕੌਮੀ ਪਾਰਕ ਅਤੇ ਜੰਗਲੀ ਜੀਵਾਂ ਦੀਆਂ ਪਨਾਹਾਂ ਵੀ ਹਨ, ਜਿਨ੍ਹਾਂ ਵਿੱਚ ਇਹ ਜੀਵ ਸੁਰੱਖਿਅਤ ਰੱਖੇ ਜਾ ਰਹੇ ਹਨ। ਸਾਡੇ ਦੇਸ਼ ਵਿੱਚ 89 ਕੌਮੀ ਪਾਰਕ ਨੇ ਅਤੇ 490 ਦੇ ਕਰੀਬ ਪਨਾਹਗਾਹਾਂ ਹਨ, ਜਿਨ੍ਹਾਂ ਵਿੱਚ ਹਰ ਰੋਜ਼ ਜੰਗਲੀ ਜੀਵਾਂ ਦੀ ਸੰਭਾਲ ਕੀਤੀ ਜਾ ਰਹੀ ਹੈਗੀ। ਅੱਜ ਸਾਡੇ ਭਾਰਤ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਵਾਸਤੇ ਅਤੇ ਇਹਨਾਂ ਨੂੰ ਬਚਾਉਣ ਵਾਸਤੇ ਅਲੱਗ-ਅਲੱਗ ਕਿਸਮਾਂ ਦੇ ਕਾਨੂੰਨ ਬਣਾਏ ਗਏ ਹਨ, ਤਾਂ ਜੋ ਇਹਨਾਂ ਦੀ ਜਿਹੜੀ ਕਿਸਮ ਹੈ ਉਹ ਬਚ ਸਕੇ। ਬੱਚਿਓ, ਮੈਨੂੰ ਉਮੀਦ ਹੈ ਕਿ ਤੁਸੀਂ ਇਹ ਜਿਹੜਾ ਲੈਸਨ ਹੈਗਾ ਬੜੇ ਚੰਗੀ ਤਰ੍ਹਾਂ ਨਾਲ ਸੁਣਿਆ ਹੈਗਾ ਅਤੇ ਬੱਚਿਓ, ਮੈਨੂੰ ਉਮੀਦ ਹੈ ਕਿ ਤੁਸੀਂ ਇਹ ਲੈਸਨ ਬੜੇ ਚੰਗੀ ਤਰ੍ਹਾਂ ਨਾਲ ਸੁਣਿਆ ਹੈਗਾ। ਆਪਾਂ ਨਵਾਂ ਲੈਸਨ ਲੈ ਕੇ ਦੁਆਬਾ ਰੇਡੀਓ ਦੇ ਮਾਧਿਅਮ ਰਾਹੀਂ ਫਿਰ ਮੁਲਾਕਾਤ ਕਰਾਂਗੇ। ਉਦੋਂ ਤੱਕ ਸਤਿ ਸ੍ਰੀ ਅਕਾਲ।